ਦੀ ਮਹਾ ਕਵਰੇਜ ਦੇ ਵਿੱਚ ਸਵਾਗਤ ਹੈ। ਗੱਲ ਕਰ ਰਹੇ ਹਾਂ 11ਵੇਂ ਗੇੜ ਦੀ ਮੀਟਿੰਗ ਦੀ। ਸਿਰਫ ਮਹਿਜ਼ ਅੱਧਾ ਘੰਟਾ ਹੀ ਇਹ ਮੀਟਿੰਗ ਚੱਲੀ, ਉਸ ਤੋਂ ਬਾਅਦ ਚ ਬ੍ਰੇਕ ਲਈ ਗਿਆ। ਸਰਕਾਰ ਤੇ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਸਭ ਤੋਂ ਲੰਬਾ ਬ੍ਰੇਕ ਹੈ ਹੁਣ ਤੱਕ ਦਾ। ਜਿੰਨੀਆਂ ਵੀ ਪਹਿਲੇ ਬੈਠਕਾਂ ਹੋ ਚੁੱਕੀਆਂ ਨੇ, ਇੰਨੀ ਲੰਬੀ ਬ੍ਰੇਕ ਇੰਨੇ ਥੋੜੇ ਸਮੇਂ ਬਾਅਦ ਗੱਲਬਾਤ ਤੋਂ ਬਾਅਦ ਚ ਇੰਨੀ ਲੰਬੀ ਬ੍ਰੇਕ ਨਹੀਂ ਲਈ ਗਈ। ਕਰੀਬ 2.5 ਘੰਟਿਆਂ ਤੋਂ ਬ੍ਰੇਕ ਚੱਲ ਰਹੀ ਹੈ। ਹੁਣ ਤੱਕ ਦੀਆਂ ਮੀਟਿੰਗਾਂ ਦੇ ਵਿੱਚ ਸਭ ਤੋਂ ਲੰਬਾ ਬ੍ਰੇਕ ਇਹ ਮੰਨਿਆ ਜਾ ਰਿਹਾ ਹੈ। दोपहर 12:50 ਤੇ 11ਵੇਂ ਗੇੜ ਦੀ ਬੈਠਕ ਸ਼ੁਰੂ ਹੋਈ ਸੀ ਤੇ ਮਹਿਜ਼ 20 ਮਿੰਟ ਬਾਅਦ ਹੀ ਬ੍ਰੇਕ ਲੈ ਲਈ ਗਈ। ਆਪਣੇ ਆਪ ਦੇ ਵਿੱਚ ਜਿੰਨੀਆਂ ਪਹਿਲਾਂ ਬੈਠਕਾਂ ਹੋਈਆਂ ਨੇ 2 ਘੰਟੇ 2.5 ਘੰਟੇ ਪਹਿਲਾਂ ਰਾਬਤਾ ਹੁੰਦਾ ਹੈ, ਗੱਲਬਾਤ ਹੁੰਦੀ ਹੈ, ਉਸ ਤੋਂ ਬਾਅਦ ਚ ਬ੍ਰੇਕ ਲਈ ਜਾਂਦੀ ਹੈ, ਪਰ ਮਹਿਜ਼ 20 ਮਿੰਟ ਬਾਅਦ ਹੀ ਇਹ ਬ੍ਰੇਕ ਲੈ ਲਈ ਜਾਂਦੀ ਹੈ। ਜੇਕਰ ਹੁਣ ਤੱਕ ਦੀ ਅਪਡੇਟ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਕਿ ਸਰਕਾਰ ਦੇ ਵੱਲੋਂ 10ਵੇਂ ਗੇੜ ਦੀ ਮੀਟਿੰਗ ਦੇ ਵਿੱਚ ਪ੍ਰਸਤਾਵ ਕਿਸਾਨਾਂ ਅੱਗੇ ਰੱਖਿਆ ਗਿਆ ਸੀਗਾ। ਕੱਲ ਹੀ ਲੰਬੇ ਮੰਥਨ ਦੇ ਬਾਅਦ ਕਿਸਾਨਾਂ ਦੇ ਵੱਲੋਂ ਉਸ ਪ੍ਰਸਤਾਵ ਨੂੰ ਰੱਦ ਕੀਤਾ ਗਿਆ। ਉਸੇ ਪ੍ਰਸਤਾਵ ਬਾਰੇ ਜਾਣਕਾਰੀ ਅੱਜ ਦੀ ਮੀਟਿੰਗ ਦੇ ਵਿੱਚ ਵੀ ਦਿੱਤੀ ਗਈ। ਕਿਸਾਨਾਂ ਨੇ ਸਾਫ਼ ਕੀਤਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹ ਅੰਦੋਲਨ ਖਤਮ ਨਹੀਂ ਕਰਨਗੇ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉੱਥੇ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਇਸ ਗੱਲ ਤੇ ਵੀ ਇਤਰਾਜ਼ ਜਤਾਇਆ ਗਿਆ। ਤਲਖ ਤੇਵਰ ਉਹਨਾਂ ਦੇ ਨਜ਼ਰ ਆਏ ਕਿ ਪ੍ਰਸਤਾਵ ਚਾਹੇ ਕਿਸਾਨਾਂ ਦੇ ਵੱਲੋਂ ਰੱਦ ਕੀਤਾ ਗਿਆ, ਪਰ ਇਸ ਬਾਰੇ ਮੀਡੀਆ ਦੇ ਨਾਲ ਜਾਣਕਾਰੀ ਕਿਉਂ ਸਾਂਝੀ ਕੀਤੀ ਗਈ, ਇਸ ਨੂੰ ਲੈ ਕੇ ਉਹਨਾਂ ਨੇ ਇਤਰਾਜ਼ ਜਤਾਇਆ। ਉਹਨਾਂ ਨੇ ਕਿਹਾ ਕਿ ਸਰਕਾਰ ਤੋਂ ਪਹਿਲਾਂ ਮੀਡੀਆ ਦੇ ਸਾਹਮਣੇ ਉਹਨਾਂ ਵੱਲੋਂ ਜਾਣਕਾਰੀ ਕਿਉਂ ਦਿੱਤੀ ਗਈ। ਜੇਕਰ ਮੀਟਿੰਗਾਂ ਦਾ ਦੌਰ ਜਾਰੀ ਹੈ, ਸਰਕਾਰ ਗੱਲਬਾਤ ਕਰ ਰਹੀ ਹੈ ਤੇ ਪ੍ਰਸਤਾਵ ਰੱਦ ਹੋਣ ਬਾਰੇ ਜਾਣਕਾਰੀ ਵੀ ਬੈਠਕ ਦੇ ਵਿੱਚ ਮੀਟਿੰਗ ਦੇ ਵਿੱਚ ਦਿੱਤੀ ਜਾਣੀ ਚਾਹੀਦੀ ਸੀ। ਇਸ ਗੱਲ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ, ਪਰ ਲੰਬੀ ਬੈਠਕ ਹੋ ਰਹੀ ਹੈ, ਲੰਬੀ ਬ੍ਰੇਕ ਲਈ ਜਾ ਰਹੀ ਹੈ। ਸਿਰਫ ਮਹਿਜ਼ 20 ਮਿੰਟ ਹੀ ਗੱਲਬਾਤ ਹੋਈ, ਉਸ ਤੋਂ ਬਾਅਦ ਲੰਬਾ ਬ੍ਰੇਕ ਚੱਲ ਰਿਹਾ। ਕਰੀਬ 2.5 ਘੰਟਿਆਂ ਤੋਂ ਬ੍ਰੇਕ ਚੱਲ ਰਹੀ ਹੈ। ਬ੍ਰੇਕ ਤੋਂ ਬਾਅਦ ਗੱਲਬਾਤ ਕਦੋਂ ਸ਼ੁਰੂ ਹੁੰਦੀ ਹੈ, ਕਿਹੜੇ ਟਰੈਕ ਤੇ ਗੱਲਬਾਤ ਚੱਲਦੀ ਹੈ, ਅਜੇ ਇਹ ਸਵਾਲ ਬਰਕਰਾਰ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਮੰਤਰੀਆਂ ਦੇ ਵੱਲੋਂ ਆਪਣੇ ਪੱਧਰ ਤੇ ਮੰਥਨ ਕੀਤਾ ਜਾ ਰਿਹਾ, ਮੀਟਿੰਗ ਕੀਤੀ ਜਾ ਰਹੀ ਹੈ, ਕਿਸਾਨ ਆਪਣੇ ਪੱਧਰ ਤੇ ਚਰਚਾ ਕਰ ਰਹੇ ਨੇ, ਪਰ ਸਵਾਲ ਅਜੇ ਬਰਕਰਾਰ ਹੈ ਕਿ ਲੰਬੀ ਬ੍ਰੇਕ ਤੋਂ ਬਾਅਦ ਮੁੜ ਤੋਂ ਕਦੋਂ ਟੇਬਲ ਤੇ ਸਰਕਾਰ ਤੇ ਕਿਸਾਨ ਇਕੱਠੇ ਹੁੰਦੇ ਨੇ, ਮੁੜ ਤੋਂ ਕਿਸ ਟਰੈਕ ਤੇ ਗੱਲਬਾਤ ਅੱਗੇ ਵਧਦੀ ਹੈ। ਪਰ ਹੁਣ ਤੱਕ ਦੀ ਅਪਡੇਟ ਇਹੀ ਹੈ ਕਿ ਲੰਬੀ ਬ੍ਰੇਕ ਚੱਲ ਰਹੀ ਹੈ। 2.5 ਘੰਟੇ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ। ਦੁਪਹਿਰ 12:50 ਤੇ ਅੱਜ ਦੀ 11ਵੇਂ ਗੇੜ ਦੀ ਬੈਠਕ ਸ਼ੁਰੂ ਹੋਈ ਸੀ ਤੇ ਮਹਿਜ਼ 20 ਮਿੰਟ ਬਾਅਦ ਹੀ ਬ੍ਰੇਕ ਲੈ ਲਈ ਗਈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਇਹ ਕਿਹਾ ਗਿਆ ਕਿ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਤੋਂ ਗੱਲਬਾਤ ਸ਼ੁਰੂ ਹੋਵੇਗੀ, ਪਰ ਛੋਟੀ ਬ੍ਰੇਕ ਕਾਫੀ ਵੱਡੀ ਹੁੰਦੀ ਹੋਈ ਨਜ਼ਰ ਆ ਰਹੀ ਹੈ। 2.5 ਘੰਟੇ ਤੋਂ ਵੱਧ ਦਾ ਸਮਾਂ, ਵੱਧ ਦਾ ਵਕਫਾ ਹੋ ਚੁੱਕਿਆ ਹੈ, ਪਰ ਮੁੜ ਤੋਂ ਗੱਲਬਾਤ ਸ਼ੁਰੂ ਨਹੀਂ ਹੋ ਸਕੀ। 10ਵੇਂ ਗੇੜ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ 10ਵੇਂ ਗੇੜ ਦੇ ਵਿੱਚ ਗੱਲਬਾਤ ਅੱਗੇ ਜ਼ਰੂਰ ਵਧੀ ਸੀ। ਸਰਕਾਰ ਦੇ ਵੱਲੋਂ ਨਵਾਂ ਪ੍ਰਸਤਾਵ ਕਿਸਾਨਾਂ ਅੱਗੇ ਰੱਖਿਆ ਗਿਆ ਸੀਗਾ। ਸਰਕਾਰ ਨੇ ਕਿਹਾ ਸੀਗਾ ਕਿ ਉਹ 1.5 ਸਾਲ ਤੱਕ ਖੇਤੀ ਕਾਨੂੰਨਾਂ ਤੇ ਰੋਕ ਲਾਉਣ ਦੇ ਲਈ ਤਿਆਰ ਹੈ। ਇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਹਲਫਨਾਮਾ ਦਾਖਲ ਕਰਨ ਦੇ ਲਈ, ਹਲਫਨਾਮਾ ਦੇਣ ਦੇ ਲਈ ਵੀ ਤਿਆਰ ਹੈ, ਜਿਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਸੀਗਾ ਕਿ ਅਸੀਂ ਵਿਚਾਰ ਕਰਾਂਗੇ, ਇਸ ਨਵੇਂ ਪ੍ਰਸਤਾਵ ਤੇ ਮੰਥਨ ਕਰਾਂਗੇ। ਸੋ ਕੱਲ ਪਹਿਲਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਲੰਬਾ ਮੰਥਨ ਕੀਤਾ ਜਾਂਦਾ ਹੈ, ਫਿਰ ਸੰਯੁਕਤ ਮੋਰਚੇ ਵੱਲੋਂ ਮੰਥਨ ਕੀਤਾ ਜਾਂਦਾ ਹੈ। ਕਰੀਬ 10 ਘੰਟੇ ਕੱਲ ਲੰਬਾ ਮੰਥਨ ਚੱਲਦਾ, ਜਿਸ ਤੋਂ ਬਾਅਦ ਚ ਪਹਿਲਾਂ ਪ੍ਰੈਸ ਰਿਲੀਜ਼ ਜਾਰੀ ਕੀਤਾ ਜਾਂਦਾ ਹੈ, ਫਿਰ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ, ਰੁਲਦੂ ਸਿੰਘ ਦੇ ਵੱਲੋਂ, ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਇਸ ਬਾਰੇ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਕਿ ਕਿਸਾਨਾਂ ਨੇ ਸਰਕਾਰ ਦਾ ਨਵਾਂ ਪ੍ਰਸਤਾਵ ਠੁਕਰਾ ਦਿੱਤਾ ਹੈ, ਰੱਦ ਕਰ ਦਿੱਤਾ ਹੈ। ਪਰ ਉਸ ਤੋਂ ਬਾਅਦ ਚ ਜਦੋਂ ਅੱਜ ਦੁਬਾਰਾ 11ਵੇਂ ਗੇੜ ਦੀ ਗੱਲਬਾਤ ਹੁੰਦੀ ਹੈ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਇਸ ਗੱਲ ਤੇ ਇਤਰਾਜ਼ ਜਤਾਇਆ ਜਾਂਦਾ। ਉਹਨਾਂ ਦੇ ਤਲਖ ਤੇਵਰ ਨਜ਼ਰ ਆਉਂਦੇ ਹੈ ਕਿ ਸਰਕਾਰ ਤੋਂ ਪਹਿਲਾਂ ਮੀਡੀਆ ਦੇ ਨਾਲ ਜਾਣਕਾਰੀ ਕਿਉਂ ਸਾਂਝੀ ਕੀਤੀ ਗਈ। ਸਿੱਧਾ ਰੁਖ ਕਰਦੇ ਹਾਂ ਗਰਾਊਂਡ ਜ਼ੀਰੋ ਦਾ ਵਿਗਿਆਨ ਭਵਨ ਦਾ, ਜਿੱਥੋਂ ਕਿ ਮੇਰੇ ਸਹਿਯੋਗੀ ਪੰਕਜ ਕਪਾਈ ਲਗਾਤਾਰ ਜੁੜੇ ਹੋਏ ਨੇ। ਪੰਕਜ, 2.5 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ, ਇੰਨੀ ਲੰਬੀ ਬ੍ਰੇਕ ਅੱਜ ਤੱਕ ਕਿਸੇ ਵੀ ਬੈਠਕ ਦੇ ਵਿੱਚ ਨਹੀਂ ਹੋਈ। ਫਿਲਹਾਲ ਦੀ ਕੀ ਅਪਡੇਟ ਹੈ? देखो इस वे किसान लीडर जोड़े ने मीटिंग हॉल के अंदर आके बैठ गए ने और मंत्री अजे तक नहीं बैठे। मंत्री जोड़े ने अजे तक मीटिंग हॉल तो अलग एक वखरे कमरे दे विच बैठे हुए ने और मंत्रियों ने यह कहा कि तुसी आपसी एक राय कल के प्रपोजल नूं लैके बना लो और उस तो बाद अगला फैसला जिहड़ा वै वो किया जाएगा। और हुण किसान लीडर जोड़े ने आके बैठ गए ने। सिद्धू तुसी तस्वीरां भी विज्ञान भवन के बाहर दियां दिखा दो कि इस वे बाकायदा तौर पर मंत्री जोड़े ने अजे भी दूसरे कमरे दे विच मौजूद ने, लेकिन किसान लीडर मीटिंग वाले हाल दे विच आके बैठ चुके ने और इंतजार किया जा रहा है कि मीटिंग कदों दोबारा शुरू होएगी। 12:50 ते मीटिंग शुरू हुई और 1:10 ते मीटिंग जिहड़ी है वो
ਬ੍ਰੇਕ ਦੇ ਲਈ ਪਹੁੰਚ ਚੁੱਕੀ ਔਰ ਉਸ ਤੋਂ ਬਾਅਦ ਹੁਣ ਤੱਕ ਅਜੇ ਤੱਕ ਮੀਟਿੰਗ ਸ਼ੁਰੂ ਨਹੀਂ ਹੋਈ ਹੈ ਔਰ ਜਿਵੇਂ ਮੀਟਿੰਗ ਸ਼ੁਰੂ ਹੋਏਗੀ ਦਰਸ਼ਕਾਂ ਤੱਕ ਅਹਿਮ ਜਾਣਕਾਰੀ ਜਿਹੜੀ ਹੈ ਸਭ ਤੋਂ ਪਹਿਲਾਂ ਪਹੁੰਚਾਵਾਂਗੇ। ਪੰਕਜ, ਇੰਨਾ ਲੰਬਾ ਮੰਥਨ ਕੀਤਾ ਜਾ ਰਿਹਾ ਕੇਂਦਰੀ ਮੰਤਰੀ ਵੱਲੋਂ ਆਪਣੇ ਪੱਧਰ ਤੇ 2.5 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਇਸ ਲੰਬੇ ਮੰਥਨ ਦੇ ਕੀ ਮਾਇਨੇ ਕੱਢੇ ਜਾਣ, ਕੀ ਮੰਨਿਆ ਜਾਵੇ ਕਿ ਜਦੋਂ ਮੁੜ ਤੋਂ ਰਾਬਤਾ ਕਾਇਮ ਹੋਵੇਗਾ, ਟੇਬਲ ਤੇ ਸਰਕਾਰ ਤੇ ਕਿਸਾਨ ਬੈਠੇਗੀ, ਕਿ ਪਹਿਲਾਂ ਵਾਲੇ ਪ੍ਰਸਤਾਵ ਤੇ ਹੀ ਗੱਲਬਾਤ ਹੋਵੇਗੀ ਜਾਂ ਗੱਲ ਕੋਈ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ? ਕੀ ਕਦਮ ਸਰਕਾਰ ਦੇ ਵੱਲੋਂ ਅੱਗੇ ਵਧਾਇਆ ਜਾਵੇਗਾ? ਕਿਉਂਕਿ ਕੱਲ ਕਿਸਾਨਾਂ ਦੇ ਲੰਬੇ ਮੰਥਨ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਅਮਿਤ ਸ਼ਾਹ ਦੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ, ਮੁਲਾਕਾਤ ਹੁੰਦੀ ਹੈ। ਉਸ ਤੋਂ ਬਾਅਦ ਅੱਜ ਇਹਨਾਂ ਲੰਬਾ ਮੰਥਨ ਕੇਂਦਰੀ ਮੰਤਰੀਆਂ ਵੱਲੋਂ ਆਪਣੇ ਪੱਧਰ ਤੇ ਕਰਨਾ, ਕੀ ਮਾਇਨੇ ਕੱਢੇ ਜਾਣ ਇਸ ਦੇ? ਦੇਖੋ, ਇਸ ਦੇ ਮਾਇਨੇ ਸਾਫ਼ ਹੈ ਕਿ ਸਰਕਾਰ ਦੇ ਉੱਤੇ 26 ਜਨਵਰੀ ਦਾ ਦਬਾਅ ਹੈ। ਸਰਕਾਰ ਦੇ ਉੱਤੇ 26 ਜਨਵਰੀ ਦਾ ਦਬਾਅ ਇਸ ਕਰਕੇ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਨਾਲ ਟਰੈਕਟਰਾਂ ਨੇ ਆਪਣੀ ਤਿਆਰੀ ਕੀਤੀ ਹੋਈ ਹੈ ਔਰ ਦਿੱਲੀ ਦੇ ਅੰਦਰ ਅਗਰ ਟਰੈਕਟਰ ਆਣਗੇ ਤਾਂ ਟਕਰਾਅ ਵਾਲੀ ਸਥਿਤੀ ਬਣ ਸਕਦੀ ਹੈ ਔਰ ਸਰਕਾਰ ਇਸ ਗੱਲ ਨੂੰ ਟਕਰਾਅ ਵਾਲੀ ਸਥਿਤੀ ਬਣਾਉਣਾ ਨਹੀਂ ਚਾਹੁੰਦੀ। ਔਰ ਅੱਜ 22 ਤਰੀਕ ਹੈ, ਯਾਨੀ ਕਿ ਅੱਜ ਦਾ ਦਿਨ ਵੀ ਨਿਕਲ ਚੁੱਕਿਆ ਹੈ। 23, 24, 25 3 ਦਿਨ ਬਚੇ ਨੇ ਤਾਂ ਸਰਕਾਰ ਇਸੇ ਵਜ੍ਹਾ ਕਰਕੇ ਕਿ ਇੱਕ ਆਖਰੀ ਗੱਲ ਕੋਈ ਬਣ ਪਾਏ, ਆਖਰੀ ਸਹਿਮਤੀ ਬਣ ਪਾਏ ਤਾਂ ਕਿ 26 ਜਨਵਰੀ ਨੂੰ ਟਕਰਾਅ ਵਾਲੀ ਸਥਿਤੀ ਜਿਹੜੀ ਹੈ ਉਹ ਨਾ ਬਣ ਸਕੇ। ਔਰ ਜੋ ਜਥੇਬੰਦੀਆਂ ਕਹਿ ਰਹੀਆਂ ਨੇ ਕਿ 26 ਜਨਵਰੀ ਨੂੰ ਅਸੀਂ ਦਿੱਲੀ ਦੇ ਅੰਦਰ ਹੀ ਟਰੈਕਟਰ ਮਾਰਚ ਕੱਢਾਂਗੇ, ਦਿੱਲੀ ਪੁਲਿਸ ਨੇ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ। ਦਿੱਲੀ ਪੁਲਿਸ ਦੇ ਨਾਲ ਅੱਜ ਬੈਠਕ ਜਿਹੜੀ ਹੈ ਉਹ ਕਿਸਾਨ ਜਥੇਬੰਦੀਆਂ ਦੀ ਇਸ ਬੈਠਕ ਤੋਂ ਬਾਅਦ ਹੋਏਗੀ ਔਰ ਇਸੇ ਵਜ੍ਹਾ ਕਰਕੇ ਸਰਕਾਰ ਨਾਲ ਆਫ ਰਿਕਾਰਡ ਕੁਝ ਜਥੇਬੰਦੀਆਂ ਦੀ ਗੱਲ ਹੁੰਦੀ ਹੈ ਤਾਂ ਕੁਝ ਜਥੇਬੰਦੀਆਂ ਰਾਜ਼ੀ ਵੀ ਸੀਗੀਆਂ ਸਰਕਾਰ ਦੇ ਪ੍ਰਪੋਜ਼ਲ ਨੂੰ ਲੈ ਕੇ, ਲੇਕਿਨ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਪੂਰੀ ਮੀਟਿੰਗ ਹੋਈ ਤਾਂ ਉਸ ਦੇ ਵਿੱਚ ਇਹ ਫੈਸਲਾ ਲਿੱਤਾ ਗਿਆ ਕਿ ਇਸ ਪ੍ਰਪੋਜ਼ਲ ਨੂੰ ਰਿਜੈਕਟ ਕਰਨਾ ਚਾਹੀਦਾ। ਸਰਕਾਰ ਨੇ ਜੋ ਕਿਹਾ ਸੀ ਕਿ 1.5 ਤੋਂ 2 ਸਾਲ ਤੱਕ ਕਾਨੂੰਨਾਂ ਦੇ ਉੱਤੇ ਰੋਕ ਲਗਾ ਦਿੰਦੇ ਆ, ਉਸ ਤੋਂ ਬਾਅਦ ਜਿਹੜਾ ਵੈ ਅੱਗੋਂ ਇੱਕ ਵਾਰ ਫਿਰ ਤੋਂ ਕਮੇਟੀ ਜੋ ਵੀ ਫੈਸਲਾ ਲੇਗੀ ਉਸ ਤੋਂ ਬਾਅਦ ਹੀ ਜਿਹੜਾ ਵੈ ਕਾਨੂੰਨ ਰੱਦ ਕਰਨੇ, ਸੋਧ ਕਰਨੇ ਉਹ ਕਮੇਟੀ ਦੇ ਉੱਤੇ ਛੱਡ ਦਿੰਦੇ ਆ। ਤਾਂ ਹੁਣ ਜਦੋਂ ਪ੍ਰਪੋਜ਼ਲ ਨੂੰ ਰਿਜੈਕਟ ਕਰ ਦਿੱਤਾ ਗਿਆ ਤਾਂ ਜਥੇਬੰਦੀਆਂ ਦੇ ਸਾਹਮਣੇ ਸਰਕਾਰ ਇਹ ਕਹਿ ਰਹੀ ਕਿ ਇੱਕ ਵਾਰ ਫਿਰ ਤੋਂ ਤੁਸੀਂ ਆਪਸੀ ਸਲਾਹ ਮਸ਼ਵਰਾ ਕਰ ਲਓ ਔਰ ਇਸੇ ਵਜ੍ਹਾ ਕਰਕੇ ਟਾਈਮ ਵੀ ਲੱਗ ਰਿਹਾ ਹੈ। ਜਥੇਬੰਦੀਆਂ ਜਿਹੜੀਆਂ ਨੇ ਮੀਟਿੰਗ ਹਾਲ 'ਚ ਆ ਕੇ ਬੈਠ ਵੀ ਗਈਆਂ ਨੇ, ਲੇਕਿਨ ਅਜੇ ਤੱਕ ਕਿਸਾਨਾਂ ਦੇ ਤਿੰਨੇ ਮੰਤਰੀ ਜਿਹੜੇ ਨੇ ਉਹ ਮੀਟਿੰਗ ਹਾਲ ਦੇ ਅੰਦਰ ਨਹੀਂ ਆਏ। ਜਿਵੇਂ ਹੀ ਮੰਤਰੀ ਅੰਦਰ ਆਣਗੇ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਵਾਂਗੇ। ਫਿਲਹਾਲ 1:10 ਤੋਂ ਮੀਟਿੰਗ ਜਿਹੜੀ ਆ ਰੁਕੀ ਹੋਈ ਹੈ ਔਰ ਇਸ ਵੇਲੇ 3:37 ਹੋ ਗਏ ਨੇ। ਜਿਹੜੇ ਬਾਹਰ ਕਿਸਾਨ ਆਗੂਆਂ ਦੇ ਨਾਲ ਲੋਕ ਆਏ ਹੋਏ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਕੀ ਅੰਦਰੋਂ ਇਨਪੁਟ ਹੈ। ਅਜੇ ਤੱਕ ਮੀਟਿੰਗ ਸ਼ੁਰੂ ਨਹੀਂ ਹੋਈ, ਮੀਟਿੰਗ ਹਾਲ 'ਚ ਕਿਸਾਨ ਲੀਡਰ ਬੈਠ ਗਏ ਨੇ ਲੇਕਿਨ ਮੰਤਰੀ ਨਹੀਂ ਆਏ। ਦੇਖੋ, ਮੀਟਿੰਗ ਹਾਲ ਦੇ ਵਿੱਚ ਸਾਡੇ ਕਿਸਾਨ ਬੈਠੇ ਨੇ। ਜੋ ਪਹਿਲਾਂ ਮੀਟਿੰਗ ਦੇ ਵਿੱਚ ਆਇਆ ਉਹ ਤੁਹਾਡੇ ਕੋਲੇ ਪਹੁੰਚ ਹੀ ਚੁੱਕਿਆ ਹੋਣਾ, ਤਕਰੀਬਨ ਸਾਡੇ ਸਰੋਤਿਆਂ ਕੋਲੇ ਵੀ ਪਹੁੰਚ ਗਿਆ ਕਿ ਪਹਿਲਾਂ ਸਰਕਾਰ ਨੇ ਹੀ ਤਕਰਾਰ ਕੀਤਾ ਕਿ ਜਿਹੜਾ ਤੁਹਾਨੂੰ ਪ੍ਰਸਤਾਵ ਅਸੀਂ ਦਿੱਤਾ ਸੀਗਾ ਵੀ ਉਹ ਠੁਕਰਾਇਆ ਤੇ ਤੁਸੀਂ ਮੀਡੀਆ ਦੇ ਵਿੱਚ ਕਿਉਂ ਲੈ ਕੇ ਗਏ। ਪਹਿਲੀ ਗੱਲ ਤਾਂ ਜਦੋਂ ਮੀਟਿੰਗ ਸ਼ੁਰੂ ਹੁੰਦੀ ਆ 40 ਮਿੰਟ ਲੇਟ ਮੀਟਿੰਗ ਸ਼ੁਰੂ ਹੁੰਦੀ ਆ, 20-25 ਮਿੰਟ ਮੀਟਿੰਗ ਚੱਲਦੀ, ਉਸ ਤੋਂ ਬਾਅਦ ਲੰਚ ਟਾਈਮ ਹੋ ਗਿਆ, ਬ੍ਰੇਕ ਹੋ ਗਿਆ, ਆਨੇ ਬਹਾਨੇ ਸਰਕਾਰ ਲਾਉਂਦੀ ਆ। ਹਾਲੇ ਤੱਕ ਮੀਟਿੰਗ ਦੁਬਾਰੇ ਰਾਉਂਡ ਸਰਕਾਰ ਦਾ ਅੱਜ ਇਤਰਾਜ਼ ਸੀਗਾ ਕਿ ਕਿਉਂ ਮੀਟਿੰਗ ਦੀ ਅੰਦਰ ਦੀ ਗੱਲ ਬਾਹਰ ਰੱਖੀ ਗਈ। ਜਦੋਂ ਜਥੇਬੰਦੀਆਂ ਨੇ ਕਿਹਾ ਕਿ ਮੀਡੀਆ ਦੇ ਸਵਾਲ ਸੀਗੇ ਅਸੀਂ ਜਵਾਬ ਦਿੱਤੇ ਤਾਂ ਪ੍ਰੈਸ ਰਿਲੀਜ਼ ਵੀ ਦਿਖਾ ਦਿੱਤਾ ਗਿਆ ਖੇਤੀਬਾੜੀ ਮੰਤਰੀ ਵੱਲੋਂ। ਕਿਉਂ ਅਸੀਂ ਲੋਕਾਂ ਤੋਂ ਸਵਾਲ ਲੁਕਾ ਕੇ ਰੱਖੀਏ? ਜਿਹੜੀ ਜਨਤਾ ਜਿੰਨਾ ਕੇਡਰ ਹੈ, ਜਿਹੜੇ ਸੰਘਰਸ਼ ਦੇ ਵਿੱਚ ਲੋਕ ਨੇ ਉਹਨਾਂ ਤੋਂ ਕਿਉਂ ਲੁਕਾਈਏ? ਕਿਉਂ ਨਾ ਉਹਨਾਂ ਤੋਂ ਕੋਈ ਗੱਲ ਜਾਵੇ ਲੋਕਾਂ ਤੋਂ ਵੀ ਸਰਕਾਰ ਕਰਨਾ ਕੀ ਚਾਹੁੰਦੀ ਆ। ਜੇ ਸਰਕਾਰ ਦੀ ਕੋਈ ਗੱਲ ਲੋਕਾਂ ਦੇ ਪੱਖ ਦੀ ਹੋਵੇ ਤਾਂ ਅਸੀਂ ਉਹ ਵੀ ਲੈ ਕੇ ਜਾਣੀ ਹੈ ਵੀ ਆਹ ਸਰਕਾਰ ਤੁਹਾਡੇ ਪੱਖ ਦੇ ਵਿੱਚ ਭੁਗਤ ਰਹੀ ਹੈ, ਇਸ ਕਾਨੂੰਨਾਂ ਨੂੰ ਰੱਦ ਕਰਨ ਤੇ ਆ ਰਹੀ ਆ, ਉਹ ਵੀ ਲੋਕਾਂ ਦੇ ਵਿੱਚ ਜਾਣੀ ਹੈ। ਜਿਹੇ ਜਿਹਾ ਸਰਕਾਰ ਦਾ ਰਵੱਈਆ ਹੈ, ਜੋ ਗੱਲ ਕਰਨਾ ਚਾਹੁੰਦੀ ਹੈ, ਜੇ ਲੋਕਾਂ ਦੇ ਵਿਰੋਧ ਦੇ ਵਿੱਚ ਖੜਦੇ ਤਾਂ ਉਹ ਵੀ ਗੱਲ ਜਾਣੀ, ਉਹ ਸਾਡਾ ਹੱਕ ਆ। ਅਸੀਂ ਤਾਂ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਮੈਨੂੰ ਟੈਲੀਫੋਨ ਆ ਰਹੇ ਨੇ ਔਰ ਅਭਦਰ ਭਾਸ਼ਾ ਦਾ ਇਸਤੇਮਾਲ ਕੀਤਾ ਜਾ ਰਿਹਾ, ਗਾਲਾਂ ਜਿਹੜੀਆਂ ਲੋਕਾਂ ਵੱਲੋਂ ਕੱਢੀਆਂ ਜਾ ਰਹੀਆਂ। ਤਾਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅੰਦੋਲਨ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜੋ ਸਰਕਾਰ ਨੂੰ ਗਾਲਾਂ ਕੱਢ ਰਹੇ ਔਰ ਸਾਨੂੰ ਇਸ ਟੈਲੀਫੋਨ ਬਾਰੇ ਜਾਣਕਾਰੀ ਨਹੀਂ। ਦੇਖੋ, ਸਰਕਾਰ ਜੋ ਮਰਜ਼ੀ ਗਾਲਾਂ ਕਢਾ ਲੇ ਸਾਡੇ ਆਗੂਆਂ ਨੂੰ, ਕਿਸੇ ਤੇ ਕੋਈ ਪ੍ਰੈਸ਼ਰ ਪਵਾ ਲੇ, ਕੋਈ ਧਮਕੀਆਂ ਦਵਾ ਲੇ, ਫਿਰ ਉਹਦੇ ਨਾਲ ਇਹ ਅੰਦੋਲਨ ਵਿਖਰ ਜੂਗਾ। ਅਸੀਂ ਡਰ ਕੇ ਘਰਾਂ ਨੂੰ ਚਲੇ ਜਾਵਾਂਗੇ? ਬਿਲਕੁਲ ਨਹੀਂ। ਜੇ ਲੋਕਾਂ ਦਾ ਗੁੱਸਾ ਹੈ, ਲੋਕ ਗਾਲਾਂ ਕੱਢਦੇ ਨੇ, ਤੁਹਾਨੂੰ ਸਰਕਾਰ ਨੂੰ ਗਾਲਾਂ ਕੱਢਦੇ ਨੇ, ਤਾਂ ਗਾਲਾਂ ਖਾਣ ਵਾਲੇ ਕੰਮ ਆਪ ਕਰਦੇ ਨੇ। ਕਿਸੇ ਦਾ ਜੀ ਨਹੀਂ ਕਰਦਾ, ਅਸੀਂ ਰਿਸਪੈਕਟ ਕਰਦੇ ਹਾਂ, ਰਿਸਪੈਕਟਫੁੱਲ ਲੋਕ ਨੇ, ਸਮਝਦੇ ਨੇ ਗੱਲਾਂ ਨੂੰ, ਸਰਕਾਰ ਦੀਆਂ ਨੂੰ ਸਤਿਕਾਰ ਕਰਦੇ ਨੇ। ਪਰ ਜੇ ਕੋਈ ਮੈਂ ਹੁਣ ਉਰੇ ਖੜਿਆ, ਤੁਸੀਂ ਮੈਨੂੰ ਬੁਲਾਇਆ ਇੱਜ਼ਤ ਨਾਲ, ਮੈਂ ਤੁਹਾਨੂੰ ਇੱਕ ਗਲਤ ਬੋਲਾਂ, ਉਹ ਮੇਰੇ ਵਾਸਤੇ ਮਾੜੀ ਗੱਲ ਆ। ਜੇ ਤੁਸੀਂ ਉਹ ਲੋਕਾਂ ਦੇ ਪੱਖ 'ਚੋਂ ਮੈਂ ਖੜੋ, ਲੋਕਾਂ ਦੇ ਨਾਲ ਮਿਲ ਕੇ ਚੱਲੋ, ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰੋ, ਉਹਨਾਂ ਦੀ ਸਹਿਮਤੀ ਨਾਲ ਚੱਲੋ, ਕਿਉਂ ਲੋਕ ਗਾਲਾਂ ਕੱਢਣ ਜਾਂ ਕੰਮ ਹੀ ਨਹੀਂ। ਅੱਜ ਦਰਸ਼ਨਪਾਲ ਹੋਰੀ ਕਹਿ ਰਹੇ ਸੀਗੇ ਕਿ ਬਹੁਤ ਸਾਰੇ ਟੈਲੀਫੋਨ ਉਹਨਾਂ ਨੂੰ ਆ ਰਹੇ ਨੇ ਔਰ ਉਹਦੇ ਵਿੱਚ ਉਹਨਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ। ਇਹ ਕੋਈ ਚੰਗੀ ਗੱਲ ਨਹੀਂ ਹੈ। ਜਿਹੜਾ ਕੋਈ ਐ ਸਾਡੇ ਆਗੂਆਂ ਨੂੰ, ਸਾਡੇ ਸਤਿਕਾਰਯੋਗ ਲੀਡਰ ਨੇ, ਸਾਰੇ ਸਿਆਣੇ ਨੇ, ਪੜ੍ਹਿਆ ਲਿਖਿਆ ਵਰਗ ਹੈ, ਜੇ ਉਹਨਾਂ ਨੂੰ ਐਵੇਂ ਗਾਲਾਂ ਕੱਢਦੇ ਨੇ ਉਹ ਬਹੁਤ ਮਾੜੀ ਗੱਲ ਆ, ਉਹਦੀ ਨਿਖੇਧੀ ਕਰਦੇ ਆ।
ਮਤਲਬ ਅੱਜ ਰੁਲਦੂ ਸਿੰਘ ਦੀ ਗੱਡੀ ਦਾ ਜੋ ਸ਼ੀਸ਼ਾ ਟੁੱਟਾ ਉਸ ਦਾ ਮੁੱਦਾ ਵੀ ਮੀਟਿੰਗ ਦੇ ਅੰਦਰ ਚੁੱਕਿਆ ਗਿਆ ਔਰ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਦੀ ਜਾਣਕਾਰੀ ਨਹੀਂ ਹੈ। ਸਰਕਾਰ ਮਤਲਬ ਜੇ ਅੱਜ ਰੁਲਦੂ ਸਿੰਘ ਮਾਨਸਾ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਵੀ ਇਹ ਇਹਨਾਂ ਜਾਂ ਗਿੱਦੜ ਧਮਕੀਆਂ ਦੇ ਕੇ ਸਾਡੇ ਆਗੂਆਂ ਨੂੰ ਡਰਾ ਲੂਗੀ। ਇਹ ਜਿੰਨੀਆਂ ਧਮਕੀਆਂ ਵੀ ਆ ਰਹੀਆਂ ਨੇ ਉਹਨਾਂ ਦੇ ਨਾਲ ਅਸੀਂ ਡਰ ਜਾਾਂਗੇ। ਅਸੀਂ ਡਰਨ ਵਾਲੇ ਲੋਕ, ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ, ਅੰਦੋਲਨ ਕਰ ਰਹੇ ਹਾਂ। ਜਿੰਨਾ ਮਰਜ਼ੀ ਕੋਈ ਸ਼ੀਸ਼ਾ ਅੱਜ ਇੱਕ ਤੋੜਿਆ ਕੱਲ ਨੂੰ ਦੋ ਤੋੜ ਲੈਣ, ਫਿਰ ਅਸੀਂ ਇਸ ਅੰਦੋਲਨ ਦੇ ਵਿੱਚੋਂ ਬਾਹਰ ਹੋ ਜਾਾਂਗੇ। ਕਹਿਣ ਤੋਂ ਭਾਵ ਕਿ ਇਹਨਾਂ ਜਿਹੀਆਂ ਧਮਕੀਆਂ ਦੇ ਨਾਲ ਅਸੀਂ ਨਹੀਂ ਡਰਨਾ। ਇਹਨਾਂ ਨੂੰ 1:10 ਤੇ ਬ੍ਰੇਕ ਹੋਈ ਸੀ, ਇਸ ਵੇਲੇ 3:40 ਹੋ ਗਏ। ਇੰਨਾ ਲੰਮਾ ਸਮਾਂ ਕਿਉਂ? ਸਰਕਾਰ ਨੇ ਕਿਹਾ ਕਿ ਇੱਕ ਵਾਰ ਫਿਰ ਤੋਂ ਵਿਚਾਰ ਕਰ ਲਓ ਸਰਕਾਰ ਦੇ ਪ੍ਰਪੋਜ਼ਲ ਨੂੰ, ਤੇ ਜਥੇਬੰਦੀਆਂ ਨੇ ਵਿਚਾਰ ਕੀਤਾ ਕਿ ਉਹੀ ਫੈਸਲਾ ਹੈ ਕਿ ਕਾਨੂੰਨ ਰੱਦ, ਇਸ ਤੋਂ ਇਲਾਵਾ ਕੁਝ ਮਨਜ਼ੂਰ। ਬਿਲਕੁਲ ਵਿਚਾਰ ਕੀਤਾ ਹੀ ਹੋਇਆ। 20 ਤਰੀਕ ਵਾਲੀ ਮੀਟਿੰਗ 'ਚ ਵੀ ਦੱਸ ਕੇ ਗਏ ਸੀ, ਅੱਜ ਵਾਲੀ ਵੀ ਰੱਖੀ ਹੈ। ਇਹਦੇ ਵਿੱਚ ਵੀ ਇਹੀ ਹੈ ਕਿ ਕਾਨੂੰਨ ਰੱਦ ਹੋਣ ਤੋਂ ਬਿਨਾਂ ਤਾਂ ਕੋਈ ਮਸਲਾ ਹੀ ਨਹੀਂ ਹੱਲ, ਸਾਨੂੰ ਕੋਈ ਮਨਜ਼ੂਰ ਹੀ ਨਹੀਂ ਹੈਗਾ। ਫਿਲਹਾਲ ਇਸੇ ਗੱਲ ਤੇ ਗੱਲ ਹੈ, ਜੇ ਦੁਬਾਰਾ ਮੀਟਿੰਗ ਦੇ ਵਿੱਚ ਨਹੀਂ ਆਏ ਫਿਰ ਮੀਟਿੰਗ ਸੱਦੀ ਕਿਉਂ ਹੈ? 21 ਤਰੀਕ ਦੀ 20 ਤਰੀਕ ਨੂੰ ਇਸ ਗੱਲਾਂ ਜਿਹੜੀ ਮੀਟਿੰਗ ਪਿੱਛੇ ਲੰਘੀ ਆ 10ਵੇਂ ਗੇੜ ਦੀ, ਉਹਦੇ ਵਿੱਚ ਹੀ ਗੱਲ ਕੀ ਲੱਗ ਰਿਹਾ ਕਿ ਅੱਜ ਕੋਈ ਜ਼ਿਆਦਾ ਉਮੀਦ ਨਹੀਂ ਹੈ। 26 ਨੂੰ ਲੈ ਕੇ ਸਰਕਾਰ ਦੇ ਉੱਤੇ ਵੀ ਦਬਾਅ ਹੈ। 26 ਤੋਂ ਪਹਿਲਾਂ ਮੀਟਿੰਗ ਹੋ ਸਕਦੀ ਹੈ। ਦਿੱਲੀ ਪੁਲਿਸ ਨੇ ਅਜੇ ਤੱਕ ਪਰਮਿਸ਼ਨ ਨਹੀਂ ਦਿੱਤੀ ਹੈ ਦਿੱਲੀ ਦੇ ਅੰਦਰ ਪਰੇਡ ਕੱਢਣ ਦੀ। ਪਰਮਿਸ਼ਨ ਤਾਂ ਇਹਨਾਂ ਨੇ ਉਰੇ ਆਉਣ ਦੀ ਵੀ ਨਹੀਂ ਦਿੱਤੀ ਸੀ ਕਿ ਦਿੱਲੀ ਵਾਲੇ ਬਾਰਡਰਾਂ ਦੇ ਆ ਕੇ ਬੈਠੀਆਂ, ਹਰਿਆਣੇ ਦੇ ਵਿੱਚ ਬੈਰੀਕੇਡ ਲਾ ਕੇ ਵੱਡੇ ਤਾਕੜੇ ਪ੍ਰਬੰਧ ਕਰਕੇ ਸਰਕਾਰ ਨੇ ਰੋਕਿਆ ਸੀ। ਮਤਲਬ ਸਰਕਾਰ ਨੂੰ ਖਤਰਾ ਕੀ ਆ ਸਾਡੇ ਲੋਕਾਂ ਤੋਂ? ਅਸੀਂ ਸ਼ਾਂਤਮਈ ਤਰੀਕੇ ਨਾਲ ਅਸੀਂ 26 ਵਾਲੀ ਪਰੇਡ ਦੇ ਵਿੱਚ ਆਪਣਾ ਹਿੱਸਾ ਲੈਣਾ ਚਾਹੁੰਦੇ ਹਾਂ। ਸਾਡੇ ਦੇਸ਼ ਦੀ ਰਾਜਧਾਨੀ ਹੈ ਦਿੱਲੀ, ਸਾਡਾ ਹੱਕ ਹੈ, ਸਾਡੇ ਮਤਲਬ ਲੋਕਾਂ ਦਾ ਫਰਜ਼ ਬਣਦਾ ਹੋ ਰਿਹਾ। ਅਸੀਂ ਵੀ ਦਿਨ ਗਣਤੰਤਰ ਦਿਵਸ ਦੇ ਵਿੱਚ ਭਾਗ ਲੈ ਸਕਦੇ ਹਾਂ। ਮਤਲਬ ਇਹ ਇਕੱਲੀ ਜਿਹੜੇ 5 ਸਾਲ ਵਾਸਤੇ ਲੋਕਾਂ ਨੇ ਚੁਣ ਤੇ ਦਿੱਲੀ ਤੇ ਕਬਜ਼ਾ ਉਹਨਾਂ ਦਾ ਹੋ ਗਿਆ, ਦੁਨੀਆ ਤੇ ਕਬਜ਼ਾ ਉਹਨਾਂ ਦਾ ਹੋ ਗਿਆ। ਇਹਦਾ ਕੁਰਸੀ 5 ਸਾਲ ਵਾਸਤੇ ਆ, ਕੁਝ ਸਮਾਂ ਇਹਨਾਂ ਦਾ ਲੰਘਾ, ਕੁਝ ਸਮਾਂ ਰਹਿੰਦਾ ਹੈ। ਕੱਲ ਨੂੰ ਹੋਰ ਸਰਕਾਰ ਆਊ, ਕੱਲ ਨੂੰ ਕਹਿਣਗੇ ਦੇਸ਼ ਦੇ ਵਸਿੰਦੇ ਨਹੀਂ ਹੈਗੇ, ਤੁਸੀਂ ਇਧਰੋਂ ਕੱਢਣਗੇ। ਅੱਜ ਦੀ ਮੀਟਿੰਗ ਤੋਂ ਕੋਈ ਉਮੀਦ ਹੈ? ਅੱਜ ਦੀ ਮੀਟਿੰਗ ਤੋਂ ਕੋਈ ਖਾਸ ਉਮੀਦ। ਐਮਐਸਪੀ ਨੂੰ ਲੈ ਕੇ ਹੁਣ ਚਰਚਾ ਹੋਏਗੀ ਬ੍ਰੇਕ ਤੋਂ ਬਾਅਦ, ਜਾਂ ਫਿਰ ਕੀ ਚਰਚਾ ਹੁਣ ਜਥੇਬੰਦੀਆਂ ਨੇ ਕੀ ਰਣਨੀਤੀ ਘੜੀ ਹੈ? ਦੇਖੋ ਐਮਐਸਪੀ ਨੂੰ ਲੈ ਕੇ ਤਾਂ ਪਹਿਲਾਂ ਵੀ ਚਰਚਾ ਕੀਤੀ ਹੈ, ਜੋ ਪਹਿਲਾਂ ਵਾਲੀ ਚਰਚਾ 'ਚ ਜਵਾਬ ਆ ਉਹੀ ਜਵਾਬ ਹੋਣਾ। ਚਰਚਾ ਤੇ ਤਾਂ ਕੁਝ ਗੱਲ ਦਾ ਹੱਲ ਨਹੀਂ। ਹੁਣ ਜੋ 3 ਘੰਟੇ ਦੇ ਕਰੀਬ ਹੋ ਚੱਲੇ ਨੇ ਬ੍ਰੇਕ ਨੂੰ, ਤਾਂ ਕੋਈ ਰਣਨੀਤੀ ਸਪੈਸ਼ਲ ਘੜੀ ਗਈ ਹੈ ਜਾਂ ਫਿਰ ਜਥੇਬੰਦੀਆਂ ਦਾ ਸਟੈਂਡ ਕਲੀਅਰ ਹੈ ਕਿ ਅਸੀਂ ਕਾਨੂੰਨ ਰੱਦ, ਇਸ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਸਰਕਾਰ ਨਾਲ? ਦੇਖੋ ਮੀਟਿੰਗ ਚੱਲੀ ਨਹੀਂ, ਅੰਦਰ ਸਾਡੇ ਆਗੂ ਇਕੱਠੇ ਹੋ ਕੇ ਬੈਠੇ ਸੀ, ਹਲੇ ਉਹ ਅਪਡੇਟ ਸਾਡੇ ਕੋਲ ਨਹੀਂ ਆਈ ਵੀ ਕੀ ਰਣਨੀਤੀ ਹੈ। ਫਿਲਹਾਲ ਤਾਂ ਮੈਨੂੰ ਤਾਂ ਇੰਨੀ ਜਾਪਦਾ ਜਿੰਨੀ ਕਿ ਸਾਡੇ ਕੋਲੇ ਗੱਲ ਹੈ ਕਿ ਰੱਦ ਤੋਂ ਬਿਨਾ ਕੋਈ ਹੱਲ ਨਹੀਂ। ਤਾਂ ਜਿਵੇਂ ਹੀ ਗੌਰਵ ਮੀਟਿੰਗ ਸ਼ੁਰੂ ਹੋਏਗੀ ਉਸੇ ਵੇਲੇ ਜਾਣਕਾਰੀ ਜਿਹੜੀ ਉਹ ਸਾਂਝੀ ਕਰਾਂਗੇ। ਔਰ ਅਜੇ ਤੱਕ ਮੀਟਿੰਗ ਜਿਹੜੀ ਉਹ ਸ਼ੁਰੂ ਨਹੀਂ ਹੋਈ ਹੈ, ਅਜੇ ਵੀ ਮੰਤਰੀ ਜਿਹੜੇ ਨੇ ਉਹ ਬੈਠਕ ਦੇ ਵਿੱਚ ਪਰਮਿੰਦਰ ਨਹੀਂ ਪਹੁੰਚੇ ਨੇ ਔਰ ਸੰਜੇ ਅਗਰਵਾਲ ਸਮੇਤ ਕੁਝ ਅਧਿਕਾਰੀ ਜਿਹੜੇ ਨੇ ਉਹ ਮੀਟਿੰਗ ਹਾਲ ਦੇ ਵਿੱਚ ਪਹੁੰਚੇ ਨੇ। ਕਿਸਾਨ ਆਗੂ ਮੀਟਿੰਗ ਹਾਲ ਦੇ ਵਿੱਚ ਪਹੁੰਚੇ ਨੇ। ਸੰਜੇ ਅਗਰਵਾਲ ਜੋ ਸੈਕਟਰੀ ਨੇ ਐਗਰੀਕਲਚਰ, ਉਹ ਮੀਟਿੰਗ ਹਾਲ ਦੇ ਵਿੱਚ ਪਹੁੰਚ ਚੁੱਕੇ ਨੇ, ਲੇਕਿਨ ਤਿੰਨੋਂ ਮੰਤਰੀ ਜਿਹੜੇ ਨੇ ਅਜੇ ਵੀ ਮੀਟਿੰਗ ਹਾਲ ਦੇ ਵਿੱਚ ਮੌਜੂਦ ਨਹੀਂ ਨੇ। ਜੀ ਪੰਕਜ, ਗੱਲ ਕਿਸਾਨਾਂ ਦੀ ਕੀਤੀ ਜਾਵੇ ਤਾਂ ਕਿਸਾਨਾਂ ਵੱਲੋਂ ਵੀ ਆਪਣੇ ਪੱਧਰ ਤੇ ਇਸ ਵੇਲੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ, ਮੰਥਨ ਕੀਤਾ ਜਾ ਰਿਹਾ, ਕੋਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਕਿ ਅੱਗੇ ਮੁੜ ਤੋਂ ਜੇ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਕਿਹੜੀਆਂ ਮੁੱਖ ਤੌਰ ਤੇ ਗੱਲਾਂ, ਕਿਸ ਏਜੰਡੇ ਤੇ ਪੂਰੀ ਗੱਲਬਾਤ ਕਰਨੀ ਹੈ? ਬਿਲਕੁਲ ਇਸ ਵੇਲੇ ਕਿਸਾਨ ਆਪਣਾ ਰੁਖ ਸਾਫ਼ ਕਰ ਰਹੇ ਨੇ। ਕਿਸਾਨ ਕਹਿ ਰਹੇ ਨੇ ਕਿ ਸਰਕਾਰ ਕੁਝ ਵੀ ਕਹੇ, ਸਰਕਾਰ ਚਾਹੇ 5 ਸਾਲ ਕਹਿ ਦੇ, ਚਾਹੇ 6 ਸਾਲ ਕਹਿ ਦੇ ਕਿ ਕਾਨੂੰਨਾਂ ਦੇ ਉੱਤੇ ਰੋਕ ਲੱਗ ਜਾਏਗੀ, ਲੇਕਿਨ ਅਸੀਂ ਕਾਨੂੰਨ ਰੱਦ ਕਰਵਾ ਕੇ ਹੀ ਜਾਵਾਂਗੇ। ਇਹ ਜਥੇਬੰਦੀਆਂ ਤੈਅ ਕਰ ਰਹੀਆਂ। ਹਾਲਾਂਕਿ ਕੁਝ ਜਥੇਬੰਦੀਆਂ ਜ਼ਰੂਰ ਇਹ ਕਹਿ ਰਹੀਆਂ ਨੇ ਕਿ ਸਰਕਾਰ ਦੇ ਪ੍ਰਪੋਜ਼ਲ ਨੂੰ ਦੇਖਣਾ ਚਾਹੀਦਾ ਵਾ, ਇਸ ਵਿੱਚ ਕੁਝ ਹੋਰ ਸ਼ਰਤਾਂ ਜਿਹੜੀਆਂ ਨੇ ਉਹ ਰਖਵਾਉਣੀਆਂ ਚਾਹੀਦੀਆਂ ਨੇ, ਉਸ ਤੋਂ ਬਾਅਦ ਅਗਲੀ ਰਣਨੀਤੀ ਜਿਹੜੀ ਹੈ ਉਹ ਲੀਕਣੀ ਚਾਹੀਦੀ ਹੈ। ਲੇਕਿਨ ਜ਼ਿਆਦਾਤਰ ਜਥੇਬੰਦੀਆਂ ਜਿਹੜੀਆਂ ਨੇ ਉਹ ਇਸ ਹੱਕ 'ਚ ਨੇ ਕਿ ਸਰਕਾਰ ਦੇ ਉੱਤੇ ਦਬਾਅ ਹੈ ਔਰ ਇਸ ਵੇਲੇ ਮੌਕਾ ਹੈ ਕਿ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾਇਆ ਜਾਵੇ, ਕਿਉਂਕਿ ਨਜ਼ਰਾਂ ਸਿਰਫ ਦਿੱਲੀ 'ਚ ਨਹੀਂ ਬਲਕਿ ਨਜ਼ਰਾਂ ਪੂਰੀ ਦੁਨੀਆ ਦੀਆਂ ਵੀ ਇਸ ਅੰਦੋਲਨ ਦੇ ਉੱਤੇ ਟਿਕੀਆਂ ਹੋਈਆਂ ਨੇ। ਪੂਰੀ ਦੁਨੀਆ 'ਚ ਅਸੀਂ ਦੇਖ ਰਹੇ ਹਾਂ, ਕੈਨੇਡਾ 'ਚ ਵੀ ਕਈ ਥਾਵਾਂ ਤੇ ਵਿਰੋਧ ਹੋਏ, ਯੂਕੇ 'ਚ ਵਿਰੋਧ ਹੋਏ, ਹੋਰ ਕਈ ਮੁਲਕਾਂ 'ਚ ਵਿਰੋਧ ਹੋ ਰਹੇ ਨੇ ਔਰ ਕਿਸਾਨਾਂ ਦੇ ਪੱਖ ਵਿੱਚ ਜਿਹੜਾ ਵੈ ਬਕਾਇਦਾ ਤੌਰ ਤੇ ਵੱਖ-ਵੱਖ ਥਾਵਾਂ ਤੇ ਅਸੀਂ ਦੇਖ ਰਹੇ ਹਾਂ ਕਿ ਪ੍ਰਦਰਸ਼ਨ ਹੋ ਰਹੇ ਨੇ। ਤਾਂ ਇਸ ਵੇਲੇ ਇਹ ਵਿਗਿਆਨ ਭਵਨ ਦੀ ਬਿਲਡਿੰਗ ਹੈ ਔਰ ਇਸ ਦੇ ਵਿੱਚ ਕਈ ਸਾਰੇ ਹੋਲ ਨੇ, ਕਈ ਸਾਰੇ ਕਮਰੇ ਨੇ ਔਰ ਬਕਾਇਦਾ ਤੌਰ ਤੇ ਇੱਕ ਹੋਲ ਅਜਿਹਾ ਵਾ ਜਿੱਥੇ ਹਰ ਵਾਰ ਮੀਟਿੰਗ ਹੁੰਦੀ ਹੈ 6 ਤੋਂ 7 ਘੰਟੇ ਦੀ। ਉੱਥੇ ਇਸ ਵੇਲੇ ਕਿਸਾਨ ਲੀਡਰ ਮੌਜੂਦ ਨੇ, ਸੈਕਟਰੀ ਅਗਰਵਾਲ ਹੋਰੀ ਮੌਜੂਦ ਨੇ, ਲੇਕਿਨ ਤਿੰਨੇ ਮੰਤਰੀਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਤਿੰਨੇ ਮੰਤਰੀ ਆਣਗੇ ਤਾਂ ਉਸ ਤੋਂ ਬਾਅਦ ਜਿਹੜੀ ਹੈ ਮੀਟਿੰਗ ਦੀ ਅਗਲੀ ਰੂਪਰੇਖਾ, ਸੈਕੰਡ ਰਾਊਂਡ ਦੀ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਏਗੀ। ਪਰਮਿੰਦਰ ਠੀਕ ਹੈ ਪੰਕਜ, ਲਗਾਤਾਰ ਬਣੇ ਰਹੋ ਆਪਣੇ ਲਈ, ਫਿਰ ਤੁਹਾਡਾ ਰੁਖ ਕਰਾਂਗੇ। ਜਿਵੇਂ ਮੇਰੇ ਸਹਿਯੋਗੀ ਪੰਕਜ ਕਪਾਈ ਜਾਣਕਾਰੀ ਦੇ ਰਹੇ ਸਨ ਕਿ
ਸੈਕਟਰੀ ਸੰਜੇ ਅਗਰਵਾਲ ਜ਼ਰੂਰ ਪਹੁੰਚੇ ਨੇ ਹਾਲ ਦੇ ਵਿੱਚ, ਮੀਟਿੰਗ ਹਾਲ ਦੇ ਵਿੱਚ, ਪਰ ਕੇਂਦਰੀ ਮੰਤਰੀ ਪਿਊਸ਼ ਗੋਇਲ, ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਸੋਮ ਪ੍ਰਕਾਸ਼ ਅਜੇ ਮੀਟਿੰਗ ਹਾਲ ਦੇ ਵਿੱਚ ਨਹੀਂ ਪਹੁੰਚੇ। ਮੁੜ ਤੋਂ ਗੱਲਬਾਤ ਅਜੇ ਸ਼ੁਰੂ ਨਹੀਂ ਹੋਈ। ਕਰੀਬ 2.5 ਘੰਟੇ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ। ਲਗਾਤਾਰ ਬ੍ਰੇਕ ਜਾਰੀ ਹੈ। ਸਭ ਤੋਂ ਲੰਬੀ ਬ੍ਰੇਕ ਹੈ ਹੁਣ ਤੱਕ ਦੀਆਂ ਜਿੰਨੀਆਂ ਵੀ ਬੈਠਕਾਂ ਹੋਈਆਂ ਨੇ। ਜੇਕਰ ਪਿਛਲੇ 10 ਦੌਰ ਦੀਆਂ 10 ਗੇੜ ਦੀਆਂ ਬੈਠਕਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ 2-2.5 ਘੰਟੇ ਚਰਚਾ ਹੁੰਦੀ ਹੈ, ਉਸ ਤੋਂ ਬਾਅਦ 'ਚ ਬ੍ਰੇਕ ਲਈ ਜਾਂਦੀ ਹੈ, ਉਸ ਤੋਂ ਬਾਅਦ 'ਚ ਕੋਈ ਲੰਚ ਬ੍ਰੇਕ ਹੁੰਦੀ ਹੈ। ਪਰ ਪਹਿਲੀ ਵਾਰ ਅਜਿਹਾ ਹੋਇਆ ਕਿ ਇੰਨੀ ਲੰਬੀ ਬ੍ਰੇਕ ਚੱਲੀ ਹੈ। ਇਸ ਲੰਬੀ ਬ੍ਰੇਕ ਦੇ ਵੀ ਮਾਇਨੇ ਬਹੁਤ ਕੱਢੇ ਜਾ ਸਕਦੇ ਨੇ। ਕੇਂਦਰੀ ਮੰਤਰੀਆਂ ਵੱਲੋਂ ਆਪਣੇ ਪੱਧਰ ਤੇ ਇੰਨਾ ਲੰਬਾ ਮੰਥਨ ਕਰਨਾ ਆਪਣੇ ਆਪ ਦੇ ਵਿੱਚ ਇਸ ਦੇ ਵੀ ਬਹੁਤ ਸਾਰੇ ਮਾਇਨੇ ਕੱਢੇ ਜਾ ਸਕਦੇ ਨੇ। तो ਤੁਹਾਨੂੰ ਵੱਡੀ ਖਬਰ ਦੱਸ ਦਈਏ ਕਿ ਥੋੜੀ ਦੇਰ ਦੇ ਵਿੱਚ ਬੈਠਕ ਸ਼ੁਰੂ ਹੋ ਸਕਦੀ ਹੈ। ਮੀਟਿੰਗ ਦੇ ਨਾਲ ਜੁੜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਆਪਣੇ ਦੱਸ ਰਹੇ ਹਾਂ ਕਿ ਥੋੜੀ ਦੇਰ ਦੇ ਵਿੱਚ ਮੁੜ ਤੋਂ ਰਾਬਤਾ ਕਾਇਮ ਹੋ ਸਕਦਾ ਹੈ, ਗੱਲਬਾਤ ਸ਼ੁਰੂ ਹੋ ਸਕਦੀ ਹੈ। ਮੀਟਿੰਗ ਹਾਲ ਦੇ ਵਿੱਚ ਕਈ ਅਧਿਕਾਰੀ ਪਹੁੰਚੇ ਨੇ, ਜਿਵੇਂ ਕਿ ਮੇਰੇ ਸਹਿਯੋਗੀ ਪੰਕਜ ਕਪਾਈ ਵੀ ਦੱਸ ਰਹੇ ਸਨ ਕਿ ਸੈਕਟਰੀ ਨੇ ਜਿਹੜੇ ਖੇਤੀਬਾੜੀ ਵਿਭਾਗ ਦੇ ਸੰਜੇ ਅਗਰਵਾਲ ਉਹ ਵੀ ਪਹੁੰਚੇ ਨੇ, ਪਰ ਅਜੇ ਮੰਤਰੀ ਮੀਟਿੰਗ ਹਾਲ ਦੇ ਵਿੱਚ ਨਹੀਂ ਪਹੁੰਚੇ। ਕਰੀਬ 2.5 ਘੰਟਿਆਂ ਤੋਂ ਇਹ ਬ੍ਰੇਕ ਚੱਲ ਰਹੀ ਹੈ। ਬ੍ਰੇਕ ਤੋਂ ਪਹਿਲਾਂ ਮਹਿਜ਼ 20 ਮਿੰਟ ਹੀ ਚਰਚਾ ਹੋਈ ਸੀ, ਜਿਸ ਤੋਂ ਬਾਅਦ ਚ ਬ੍ਰੇਕ ਲੈ ਲਈ ਗਈ। ਤੇ ਜਦੋਂ ਕੇਂਦਰੀ ਮੰਤਰੀਆਂ ਵੱਲੋਂ ਆਪਣੇ ਪੱਧਰ ਤੇ ਇੰਨਾ ਲੰਬਾ ਮੰਥਨ ਹੁੰਦਾ ਹੈ ਤਾਂ ਆਪਣੇ ਆਪ ਦੇ ਇਹਦੇ ਵਿੱਚ ਬਹੁਤ ਸਾਰੇ ਮਾਇਨੇ ਨਿਕਲਦੇ ਨੇ। ਸਰਕਾਰ ਦੀ ਵੀ ਇਹ ਕੋਸ਼ਿਸ਼ ਹੈ ਕਿ ਗਣਤੰਤਰ ਦਿਹਾੜੇ ਤੋਂ ਪਹਿਲਾਂ, ਟਰੈਕਟਰ ਪਰੇਡ ਤੋਂ ਪਹਿਲਾਂ, 26 ਜਨਵਰੀ ਤੋਂ ਪਹਿਲਾਂ ਮਸਲੇ ਦਾ ਕੋਈ ਨਾ ਕੋਈ ਹੱਲ ਕੱਢ ਲਿਆ ਜਾਵੇ, ਕਿਉਂਕਿ ਆਪਣੇ ਆਪ ਸਰਕਾਰ ਤੇ ਵੀ ਇੱਕ ਵੱਡਾ ਪ੍ਰੈਸ਼ਰ ਹੈ। ਟਰੈਕਟਰ ਪਰੇਡ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿਸਾਨ ਕਿ ਹਰ ਹਾਲ ਦੇ ਵਿੱਚ ਦਿੱਲੀ ਦੇ ਆਊਟਰ ਰਿੰਗ ਰੋਡ ਤੇ ਇਹ ਟਰੈਕਟਰ ਪਰੇਡ ਕੱਢੀ ਜਾਵੇਗੀ। ਦਿੱਲੀ ਪੁਲਿਸ ਤੇ ਆਪਣੇ ਪੱਧਰ ਤੇ ਵੱਡਾ ਪ੍ਰੈਸ਼ਰ ਹੈ। ਸੁਪਰੀਮ ਕੋਰਟ ਸਾਫ਼ ਕਰ ਚੁੱਕੀ ਹੈ ਕਿ ਉਹ ਦਖਲ ਨਹੀਂ ਦੇਵੇਗੀ। ਇਹ ਕਾਨੂੰਨ ਵਿਵਸਥਾ ਦਾ ਮਸਲਾ ਹੈ। ਇਹ ਦਿੱਲੀ ਪੁਲਿਸ ਨੇ ਤੈਅ ਕਰਨਾ ਹੈ ਕਿਸ ਨੂੰ ਪਰਮਿਸ਼ਨ ਦੇਣੀ ਹੈ, ਕਿਸ ਨੂੰ ਨਹੀਂ। ਸੋ ਮੀਟਿੰਗ ਦੇ ਨਾਲ ਜੁੜੀ ਹੋਈ ਹਰ ਤਰ੍ਹਾਂ ਦੀ ਅਪਡੇਟ, ਹਰ ਤਰ੍ਹਾਂ ਦੀ ਤਸਵੀਰ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਲਗਾਤਾਰ ਇਸ ਖਬਰ ਤੇ ਬਣੇ ਹੋਏ ਹਾਂ। ਜਦੋਂ ਵੀ ਕੋਈ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਫਿਲਹਾਲ ਇੱਥੇ ਰੁਕ ਰਹੇ ਹਾਂ।